हेलो हालेलुया जैमसी दी गुड मॉर्निंग। मैं यकीन करती हाँ तुसी प्रभु की किरपा दे नाल सारे बिल्कुल राजी खुश तंदुरुस्त होवोगे, प्रभु के अनुग्रह के हेठ होवोगे, प्रभु की किरपा का लुत्फ उठा रहे होवोगे। प्रभु की वड़ियाई होवे। बहुत शुक्रगुजार हाँ प्रभु जी दे आज के दिन के लिए, इस सुंदर समय के लिए जो प्रभु ने तुहाड़ियां जिंदगियां विच बख्शिया, साडियां जिंदगियां दे विच बख्शिया। प्रभु की महिमा ते वड़ियाई होवे। सो अज आप परमेश्वर के वचन के विचों जां इदां कह लो कि वो मन्ना जिहड़ा रोज़ प्रभु साडे लई मुहैया करवाउंदे, असीं उहदे विचों सिखांगे कि असीं अपनी मशाल नूं जगदियां रखना है। बहुत तुसीं जाणदे होवोगे मिसाल ओह एक लैंप, एक फायर वाली चीज़ जिहड़ी एक लंबी जी चीज़ होंदी, उहदे विच अग बलदी हुंदी आ। अजकल भी ओलंपिक्स दे विच उहनूं लैके जाया जांदा जिहदे नाल उस जगह ते एक वड्डी फायर नूं जिहड़ा है लाइट किया जांदा है। पुराने समयां दे विच एक गेम सीगी, जिस गेम दे विच जिहड़े दौड़दे सीगे हरेक दे कोले उन्हां दी अपनी मिसाल हुंदी सीगी। अरे ਉਹ ਜਿਹੜੀ ਉਹਨਾਂ ਨੇ ਉੱਥੇ ਪੁਆਇੰਟ ਰੱਖਿਆ ਹੁੰਦਾ ਸੀ, ਜਿਹੜੀ ਲਾਈਨ ਰੱਖੀ ਹੁੰਦੀ ਸੀਗੀ, ਉਸ ਲਾਈਨ ਨੂੰ ਉਹਨਾਂ ਨੇ ਕ੍ਰੋਸ ਕਰਨਾ ਸੀ ਦੌੜਦਿਆਂ। ਔਰ ਉਸ ਵੇਲੇ ਉਹਨਾਂ ਦੀ ਜਿਹੜੀ ਲਾਈਟ ਆ ਉਹ ਜਗਦੀ ਹੋਣੀ ਚਾਹੀਦੀ ਸੀ। ਉਹ ਲੈਂਪ ਜਿਹੜੀ ਉਹ ਮਿਸਾਲ ਆ ਉਹਦੀ ਅੱਗ ਜਿਹੜੀ ਉਹ ਬਲਦੀ ਹੋਣੀ ਚਾਹੀਦੀ ਸੀ। ਜੇ ਤੁਸੀਂ ਦੌੜ ਕੇ ਉਹਨੂੰ ਕ੍ਰੋਸ ਕਰ ਲੈਂਦੇ ਆ ਲਾਈਨ ਨੂੰ, ਪਰ ਤੁਹਾਡੀ ਮਿਸਾਲ ਨਹੀਂ ਜਗਦੀ, ਫਿਰ ਤੁਸੀਂ ਜੇਤੂ ਨਹੀਂ ਗਿਣੇ ਜਾਂਦੇ ਸੀ। ਪਰ ਹਰੇਕ ਉਹ ਵਿਅਕਤੀ ਜਿਹੜਾ ਦੌੜਦਿਆਂ ਹੋਇਆ ਉਹਨੂੰ ਲਾਈਨ ਨੂੰ ਕ੍ਰੋਸ ਕਰਦਾ ਸੀ, ਪਰ ਉਹਦੀ ਮਸ਼ਾਲ ਜਗਦੀ ਰਹਿੰਦੀ ਸੀ, ਉਹਨੂੰ ਜੇਤੂ ਗਿਣਿਆ ਜਾਂਦਾ ਸੀਗਾ। ਸੋ ਹੁਣ ਵੀ ਆਪਾਂ ਨੂੰ ਸਪਿਰਚੁਅਲ ਲਾਈਫ ਦੇ ਵਿੱਚ ਪਰਮੇਸ਼ਵਰ ਨੇ ਇੱਕ ਦੌੜ ਦਿੱਤੀ ਆ, ਇੱਕ ਪਰਮੇਸ਼ਵਰ ਨੇ ਆਪਾਂ ਨੂੰ ਨਿਸ਼ਾਨਾ ਦਿੱਤਾ ਆ। ਤਾਂ ਉਹ ਨਿਸ਼ਾਨਾ ਆ ਕਿ ਅਸੀਂ ਸਾਰਿਆਂ ਨੇ ਇੱਕ ਚੰਗੀ ਦੌੜ ਦੌੜਨੀ ਆ ਜਿਹੜੀ ਪਰਮੇਸ਼ਵਰ ਦੇ ਵੱਲੋਂ ਸਾਨੂੰ ਦਿੱਤੀ ਗਈ ਆ। ਤੇ ਜਦੋਂ ਆਪਾਂ ਉਹ ਜਿਹੜੀ ਦੌੜ ਆਪਾਂ ਨੂੰ ਪਰਮੇਸ਼ਵਰ ਨੇ ਦਿੱਤੀ, ਇੱਕ ਚੰਗੀ ਦੌੜ ਜਿਹਦਾ ਜ਼ਿਕਰ ਪਵਿੱਤਰ ਬਾਈਬਲ ਦੇ ਵਿੱਚ ਸੰਤ ਪੌਲੁਸ ਜੀ ਨੇ ਕੀਤਾ ਆ ਕਿ ਹਰੇਕ ਨੇ ਇੱਕ ਚੰਗੀ ਦੌੜ ਦੌੜਨੀ। ਔਰ ਉਹ ਕਹਿੰਦੇ, ਪ੍ਰਭੂ ਦਾ ਦਾਸ ਕਹਿੰਦਾ, ਮੈਂ ਆਪਣੀ ਦੌੜ ਜਿਹੜੀ ਆ ਚੰਗੀ ਦੌੜ ਦੌੜੀ, ਮੈਂ ਇੱਕ ਚੰਗੀ ਲੜਾਈ ਲੜੀ, ਤੇ ਮੈਂ ਹੁਣ ਆਪਣੇ ਆਪ ਨੂੰ ਮਾਰਦਾ ਕੁੱਟਦਾ ਤੇ ਕੰਟਰੋਲ ਦੇ ਵਿੱਚ ਰੱਖਦਾ ਆ ਕਿ ਕਿਤੇ ਮੈਂ ਆਪਰਵਾਨ ਨਾ ਹੋ ਜਾ, ਪਰ ਮੈਂ ਉਸ ਮੁਕਤ ਨੂੰ ਪ੍ਰਾਪਤ ਕਰਾਂ, ਉਸ ਇਨਾਮ ਨੂੰ ਪ੍ਰਾਪਤ ਕਰਾਂ ਜਿਹੜਾ ਪਰਮੇਸ਼ਵਰ ਨੇ ਮੇਰੇ ਲਈ ਠਹਿਰਾਇਆ ਆ। ਸੋ ਡੀਅਰ ਫਰੈਂਡਸ, ਇੱਦਾਂ ਹੀ ਆਪਾਂ ਆਪਣੀ ਬਲਦੀ ਹੋਈ ਮਿਸਾਲ ਦੇ ਨਾਲ, ਉਹ ਮਿਸਾਲ ਕਿਹੜੀ ਆ, ਸਾਡੇ ਅੰਦਰ ਇੱਕ ਅੱਗ ਆ ਜਿਹੜੀ ਪਰਮੇਸ਼ਵਰ ਦੇ ਲਈ ਹੋਣੀ ਚਾਹੀਦੀ ਆ। ਇੱਕ ਅੰਦਰ ਸਾਡੇ ਜਜ਼ਬਾ ਹੋਣਾ ਚਾਹੀਦਾ, ਇੱਕ ਸਾਡੇ ਅੰਦਰ ਉਤਸ਼ਾਹ ਹੋਣਾ ਚਾਹੀਦਾ ਕਿ ਹਾਂ ਮੈਂ ਪਰਮੇਸ਼ਵਰ ਦਾ ਕੰਮ ਕਰਨਾ ਆ, ਔਰ ਮੈਂ ਆਪਣੇ ਲਾਸਟ ਬ੍ਰੈਥ ਤੱਕ, ਆਪਣੇ ਆਖਰੀ ਸਾਹ ਤੱਕ मैं उस जज्बे नूं अपने अंदर बरकरार रखना आ, उस जज्बे दे विच मैं बने रहना आ, और उस जज्बे नूं मैं पूरा लैके जाना आ इस दुनिया तो अपने अंदर। और वो इनाम मैनूं तां प्राप्त होना जिहड़ा परमेश्वर ने मेरे लिए ठहराया आ, जिहड़ा इनाम परमेश्वर ने तुहाडे लिए ठहराया आ। सो तुसीं जाणदे होवोगे पास्टर जोएल ऑस्टीन नूं तुसीं बहुत वारी सुणिया होऊगा। तुहानूं पता उन्हां दे जिहड़े डैड सीगे, जिहड़े उन्हां दे फादर सी, पिता सीगे, ਉਹ ਵੀ ਪਾਸਟਰ ਸੀਗੇ, ਪਰਮੇਸ਼ਵਰ ਦੇ ਬਹੁਤ ਹੀ ਚੰਗੇ ਖਾਦਮ, ਪ੍ਰਭੂ ਦੇ ਇੱਕ ਚੰਗੇ ਦਾਸ ਸੀਗੇ। ਪਰ ਮੈਂ ਉਹਨਾਂ ਦੀ ਲਾਈਫ ਸਟੋਰੀ ਦੇਖਦੀ ਸੀਗੀ ਤੇ ਉਹ ਆਪਣੀ ਲਾਈਫ ਦੇ ਵਿੱਚ ਐਵਰੇਜ ਸੀਗੇ, ਪਰ ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਸਵੀਕਾਰ ਕੀਤਾ ਤੇ ਉਹਨਾਂ ਨੇ ਇਹ ਆਪਣੇ ਅੰਦਰ ਮੰਨਿਆ ਕਿ ਮੈਂ ਹੁਣ ਐਵਰੇਜ ਨਹੀਂ ਰਹੂੰਗਾ, ਮੈਂ ਹੁਣ ਉਨਾ ਹੀ ਨਹੀਂ ਰਹੂੰਗਾ ਜਿੰਨਾ ਮੈਂ ਹੈਗਾ ਆ, ਪਰ ਮੈਂ ਇਸ ਤੋਂ ਵੱਧ ਹੋ ਸਕਦਾ, ਕਿਉਂਕਿ ਮੈਂ ਹੁਣ ਪਰਮੇਸ਼ਵਰ ਨੂੰ ਆਪਣੇ ਜੀਵਨ ਦੇ ਵਿੱਚ ਲੈ ਲਿਆ। ਪਰਮੇਸ਼ਵਰ ਨੇ ਮੈਨੂੰ ਚੁਣ ਲਿਆ, ਤਾਂ ਪਰਮੇਸ਼ਵਰ ਨੇ ਮੈਨੂੰ ਐਵਰੇਜ ਰਹਿਣ ਲਈ ਨਹੀਂ ਚੁਣਿਆ, ਪਰ ਪਰਮੇਸ਼ਵਰ ਨੇ ਮੈਨੂੰ ਅੱਗੇ ਵਧਣ ਦੇ ਲਈ ਚੁਣਿਆ। ਪਰਮੇਸ਼ਵਰ ਨੇ ਮੈਨੂੰ ਜਿਹੜਾ ਆ ਉਹ ਵਧਾਉਣ ਦੇ ਲਈ ਚੁਣਿਆ ਹੈ। ਔਰ ਉਹਦੇ ਅੰਦਰ ਇੱਕ ਫਾਇਰ ਜਿਹੜੀ ਆ ਪਰਮੇਸ਼ਵਰ ਨੇ ਪਾਈ, ਉਹਦੇ ਅੰਦਰ ਇੱਕ ਅੱਗ, ਇੱਕ ਜਜ਼ਬਾ ਜਿਹੜਾ ਪਰਮੇਸ਼ਵਰ ਨੇ ਪਾਇਆ ਕਿ ਮੈਂ ਪ੍ਰਭੂ ਦੇ ਕੰਮ ਕਰੂੰਗਾ, ਮੈਂ ਪ੍ਰਭੂ ਦੇ ਕੰਮ ਉਤਸ਼ਾਹ ਨਾਲ ਕਰੂੰਗਾ, ਮੈਂ ਪ੍ਰਭੂ ਦੇ ਕੰਮ ਖੁਸ਼ੀ ਦੇ ਨਾਲ ਕਰੂੰਗਾ। ਔਰ ਵੰਡਰਫੁਲ ਜਿਹੜੀ ਚੀਜ਼ ਮੈਂ ਉਹਨਾਂ ਦੀ ਲਾਈਫ ਦੇ ਵਿੱਚ ਦੇਖੀ ਉਹ ਇਹ ਸੀ ਕਿ ਜਦੋਂ ਐਂਡਲੇ ਟਾਈਮ ਸੀਗੇ, ਜਦੋਂ 70+ ਹੋ ਗਏ ਸੀਗੇ, ਤਾਂ ਉਹ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਗਏ ਸੀਗੇ। ਈਵਨ ਦੈਨ ਕਿ ਉਹਨਾਂ ਦੀ ਹਫਤੇ ਦੇ ਵਿੱਚ 3 ਵਾਰੀ ਡਾਇਲਸਿਸ ਵੀ ਹੁੰਦੀ ਸੀ, ਤੇ ਉਹ ਜਿਹੜਾ ਆ ਬਹੁਤ ਟਰੈਵਲ ਨਹੀਂ ਕਰ ਸਕਦੇ ਸੀਗੇ।
ਬਹੁਤ ਜ਼ਿਆਦਾ ਉਹ ਤੁਰ ਫਿਰ ਨਹੀਂ ਸਕਦੇ ਸੀਗੇ, ਪਰ ਜ਼ਿਆਦਾ ਉਹਨਾਂ ਨੂੰ ਸਿੱਕ ਬੈੱਡ ਦੇ ਉੱਤੇ ਰਹਿਣਾ ਪੈਂਦਾ ਸੀਗਾ। ਔਰ ਬ੍ਰਦਰ ਜੋਇਲ ਆਸਟਿਨ ਉਹਨਾਂ ਦੇ ਬਾਰੇ ਵਿੱਚ ਦੱਸਦੇ, ਕਹਿੰਦੇ ਵੀ ਕਈ ਵਾਰੀ ਉਹਨਾਂ ਦੀ ਜੋਇਲ ਆਸਟਿਨ ਦੀ ਜਿਹੜੀ ਵਾਈਫ ਵਿਕਟੋਰੀ ਆ, ਉਹ ਆਪਣੇ ਫਾਦਰ ਇਨ ਲਾਅ ਨੂੰ ਲੈਣ ਵਾਸਤੇ ਜਾਂਦੀ ਸੀਗੀ, ਅਤੇ ਉਹ ਜਾ ਕੇ ਦੇਖਦੀ ਸੀਗੀ ਵੀ ਉਹਦੇ ਜਿਹੜੇ ਫਾਦਰ ਇਨ ਲਾਅ ਆ, ਜਿਹੜੇ ਜੋਇਲ ਆਸਟਿਨ ਦੇ ਡੈਡ ਆ, ਉਹ ਤਾਂ ਬਹੁਤ ਬੁਰੀ ਹਾਲਤ ਦੇ ਵਿੱਚ ਮੰਜੇ 'ਤੇ ਪਏ ਆ, ਬੈੱਡ ਦੇ ਉੱਤੇ ਪਏ ਆ, ਵੀ ਉਹ ਉੱਠ ਨਹੀਂ ਸਕਦੇ, ਉਹ ਤੁਰ ਨਹੀਂ ਸਕਦੇ। ਅਤੇ ਉਹ ਕਈ ਵਾਰੀ ਆਪਣੇ ਹਸਬੈਂਡ ਨੂੰ ਫੋਨ ਕਰਦੀ ਵੀ ਜੋਇਲ ਮੈਨੂੰ ਲੱਗਦਾ ਨਹੀਂ ਆ ਵੀ ਅੱਜ ਡੈਡ ਜਿਹੜੇ ਆ ਉਹ ਚਰਚ ਨੂੰ ਆ ਸਕੂਗੇ ਜਾਂ ਪ੍ਰੀਚ ਕਰ ਸਕੂਗੇ ਜਾਂ ਕੁਛ ਕਰ ਸਕੂਗੇ। ਪਰ ਫਿਰ ਅਚਾਨਕ ਕੀ ਹੁੰਦਾ ਸੀਗਾ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਣਾ ਵੀ ਤੁਸੀਂ ਅੱਜ ਸਰਵ ਕਰੋਗੇ, ਪ੍ਰਭੂ ਨੂੰ ਤੁਸੀਂ ਕਰ ਸਕੋਗੇ, ਤੁਹਾਨੂੰ ਲੱਗਦਾ ਆ, ਉਹ ਆਲਵੇਜ਼ ਕਹਿੰਦੇ ਸੀ ਹਾਂ ਮੈਂ ਕਰ ਸਕਦਾ ਆ, ਮੇਰੇ ਅੰਦਰ ਹਲੇ ਸਾਹ ਚੱਲਦੇ ਆ, ਮੈਂ ਪ੍ਰਭੂ ਨੂੰ ਸਰਵ ਕਰ ਸਕਦਾ ਆ, ਮੇਰੇ ਅੰਦਰ ਉਹ ਫਾਇਰ ਆ ਜਿਹੜੀ ਪਰਮੇਸ਼ਵਰ ਦੇ ਲਈ ਹੋਣੀ ਚਾਹੀਦੀ ਆ, ਔਰ ਮੈਂ ਇਸ ਫਾਇਰ ਨੂੰ ਆਪਣੇ ਆਖਰੀ ਸਾਹ ਤੱਕ ਬਲਦਿਆਂ ਰੱਖਣਾ। ਮੈਂ ਆਪਣੀ ਜਿਹੜੀ ਦੌੜ ਆ ਉਹ ਆਪਣੀ ਬਲਦੀ ਹੋਈ ਮਿਸਾਲ ਨੂੰ ਲੈ ਕੇ ਪੂਰੀ ਕਰਨੀ ਆ। ਮੈਂ ਇੱਕ ਚੰਗਾ ਰਿਵਾਰਡ ਪਰਮੇਸ਼ਵਰ ਦੇ ਕੋਲੋਂ ਲੈਣਾ ਆ। ਔਰ ਲੋਕੀ ਹੈਰਾਨ ਰਹਿ ਜਾਂਦੇ ਸੀਗੇ ਜਦੋਂ ਜੋਇਲ ਆਸਟਿਨ ਦੇ ਡੈਡ ਸਟੇਜ ਦੇ ਉੱਤੇ ਆਣ ਕੇ ਪ੍ਰਚਾਰ ਕਰ ਦਿੰਦੇ ਸੀਗੇ, ਜਦੋਂ ਉਹ ਆਣ ਕੇ ਮੰਚ ਦੇ ਉੱਤੇ ਤੁਰਦੇ ਸੀਗੇ ਤੇ ਬਹੁਤ ਸਿੱਖ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਰਾਹੀਂ ਹੀਲ ਹੋ ਜਾਂਦੇ ਸੀਗੇ। ਪਰ ਉਹਨੇ ਕਦੀ ਹਾਰ ਨਹੀਂ ਮੰਨੀ, ਉਹ ਨਿਰਾਸ਼ ਨਹੀਂ ਹੋਏ। ਅਰੇ ਜਦੋਂ ਉਹ ਆਖਰੀ ਸਾਹਾਂ ਦੇ ਵਿੱਚ ਸੀਗੇ ਤਾਂ ਉਹਨਾਂ ਦੀ ਬਾਇਓਗ੍ਰਾਫੀ ਦੇ ਵਿੱਚ ਇੱਦਾਂ ਆ ਵੀ ਉਹਨਾਂ ਦੇ ਜਿਹੜੇ ਲਾਸਟ ਬੋਲ ਸੀਗੇ, ਜਦੋਂ ਉਹਨਾਂ ਨੂੰ ਜਿਹੜੇ ਜੋਇਲ ਆਸਟਿਨ ਦਾ ਬ੍ਰਦਰ ਇਨ ਲਾਅ ਆ ਉਹ ਪੁੱਛ ਰਿਹਾ ਸੀਗਾ ਕੁਛ ਉਹਨਾਂ ਨੂੰ, ਤੇ ਉਹ ਉਹਨਾਂ ਨੇ ਕਿਹਾ, ਕਹਿੰਦੇ ਨਹੀਂ ਮੈਨੂੰ ਕੋਈ ਨਿਰਾਸ਼ਾ ਨਹੀਂ ਆ ਪਰਮੇਸ਼ਵਰ ਤੋਂ, ਪਰ ਮੇਰਾ ਪਰਮੇਸ਼ਵਰ ਬਹੁਤ ਵੱਡੇ ਅਨੁਗ੍ਰਹਿ ਕਾਰਿਆ ਕਰਨ ਵਾਲਾ ਪਰਮੇਸ਼ਵਰ ਆ, ਮੇਰਾ ਪਰਮੇਸ਼ਵਰ ਇੱਕ ਭਲਾ ਪਰਮੇਸ਼ਵਰ ਆ। ਸੋ ਇਟਸ ਰੀਅਲੀ ਵੰਡਰਫੁਲ ਕਿ ਇੱਕ ਵਿਅਕਤੀ ਜਿਹੜਾ ਆਖਰੀ ਸਾਹਾਂ ਦੇ ਵਿੱਚ ਆ, ਔਰ ਉਹਨਾਂ ਦੀ ਸਟੋਰੀ ਦੇ ਵਿੱਚ ਲਿਖਿਆ ਆ ਕਿ ਉਹਨਾਂ ਨੇ ਇਹ ਸ਼ਬਦ ਆਖਰੀ ਸ਼ਬਦ ਬੋਲੇ, ਔਰ ਉਹਨਾਂ ਨੇ ਆਪਣਾ ਆਖਰੀ ਸਾਹ ਲਿਆ ਤੇ ਆਪਣੀ ਦੌੜ ਨੂੰ ਪੂਰਾ ਕੀਤਾ। ਉਹ ਨਿਰਾਸ਼ਾ ਵਿੱਚ ਨਹੀਂ ਮਰੇ, ਉਹ ਬਲਦੀ ਹੋਈ ਮਿਸਾਲ ਦੇ ਨਾਲ ਮਰੇ, ਉਹ ਆਪਣੇ ਅੰਦਰ ਪਰਮੇਸ਼ਵਰ ਦੀ ਮਹਿਮਾ ਨੂੰ ਲੈ ਕੇ ਮਰੇ। ਉਹਨਾਂ ਨੇ ਆਪਣੇ ਮੂੰਹ ਤੋਂ ਪਰਮੇਸ਼ਵਰ ਦੀ ਮਹਿਮਾ ਕੀਤੀ ਆਖਰੀ ਸਾਹ ਤੀਕਰ। ਅੱਜ ਮੈਂ ਤੁਹਾਨੂੰ ਇਨਕਰੇਜ ਕਰਦੀ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਆਪਣੀਆਂ ਛੋਟੀਆਂ ਪ੍ਰੋਬਲਮਸ ਦੇ ਨਾਲ ਡਿਸਕਰੇਜ ਨਾ ਹੋਵੋ। ਤੁਸੀਂ ਆਪਣੀਆਂ ਬਿਮਾਰੀਆਂ ਦਾ ਕਰਕੇ ਪਰਮੇਸ਼ਵਰ ਦੇ ਨਾਲ ਨਿਰਾਸ਼ ਨਾ ਹੋ ਜਾਓ। ਕਈ ਵਾਰੀ ਤੁਸੀਂ ਬਿਮਾਰੀ ਦੀ ਅਵਸਥਾ ਦੇ ਵਿੱਚ ਹੁੰਦੇ ਆ, ਪਰ ਤੁਸੀਂ ਕਹਿਣ ਲੱਗ ਜਾਂਦੇ ਨੋ ਟੁਡੇ ਆਈ ਐਮ ਫੀਲਿੰਗ ਸਿਕ, ਟੁਡੇ ਆਈ ਐਮ ਫੀਲਿੰਗ ਟਾਇਰਡ, ਮੈਂ ਚਰਚ ਨੂੰ ਨਹੀਂ ਜਾ ਸਕਦਾ, ਮੈਂ ਉੱਥੇ ਜਾ ਕੇ ਬੈਠੂੰਗਾ ਕਿੱਦਾਂ, ਮੈਂ ਉੱਥੇ ਜਾ ਕੇ ਇੰਨਾ ਟਾਈਮ ਮੈਂ ਕਿੱਦਾਂ ਸਰਵਾਈਵ ਕਰੂੰਗਾ, ਮੈਂ ਟਰੈਵਲ ਕਰਕੇ ਕਿੱਦਾਂ ਜਾਊਂਗਾ। ਪਰ ਅਗਰ ਤੁਸੀਂ ਆਪਣੇ ਮਨ ਦੇ ਅੰਦਰ ਇਹ ਜਜ਼ਬਾ ਰੱਖੋ ਕਿ ਮੈਂ ਜਾਊਂਗਾ, ਔਰ ਮੈਂ ਮਰ ਵੀ ਜਾਵਾਂ ਤਾਂ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੋਊਂਗਾ, ਮੈਂ ਮਰ ਵੀ ਜਾਵਾਂ ਤਾਂ ਮੈਂ ਪਰਮੇਸ਼ਵਰ ਦਾ ਵਚਨ ਸੁਣ ਰਿਹਾ ਹੋਊਂਗਾ, ਮੈਂ ਮਰ ਵੀ ਜਾਵਾਂ ਤਾਂ ਮੇਰੇ ਅੰਦਰ ਪਰਮੇਸ਼ਵਰ ਦੇ ਲਈ ਆਗਿਆਕਾਰੀ ਹੋਊਗੀ, ਪਰਮੇਸ਼ਵਰ ਦੇ ਨਾਲ ਮੈਂ ਕਨੈਕਸ਼ਨ ਦੇ ਵਿੱਚ ਹੋਊਂਗਾ, ਪਰ ਮੈਂ ਆਪਣੇ ਘਰ ਦੇ ਵਿੱਚ ਪਏ ਹੋਏ ਮੰਜੇ ਦੇ ਉੱਤੇ ਹਾਏ ਹਾਏ ਨਹੀਂ ਕਰ ਰਿਹਾ ਹੋਊਂਗਾ। ਅਗਰ ਤੁਸੀਂ ਚਰਚ ਡੇ ਦੇ ਵਿੱਚ ਨਹੀਂ ਆ, ਪਰ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਿਸੇ ਪ੍ਰੋਬਲਮ ਦੇ ਵਿੱਚ ਆ, ਕਿਸੇ ਬਿਮਾਰੀ ਦੇ ਵਿੱਚ ਆ, ਮੈਂ ਤਦ ਵੀ ਤੁਹਾਨੂੰ ਕਹਿੰਦੀ ਨਿਰਾਸ਼ ਨਾ ਹੋਵੋ, ਪਰ ਆਪਣੇ ਜਿਹੜਾ ਧੈਰਜ ਆ ਉਹਨੂੰ ਬੰਨ੍ਹ ਕੇ ਰੱਖੋ, ਆਪਣਾ ਹੌਸਲਾ ਬਣਾ ਕੇ ਰੱਖੋ, ਔਰ ਨਿਰਾਸ਼ ਨਾ ਹੋਵੋ ਕਿ ਪ੍ਰਭੂ ਨੇ ਮੈਨੂੰ ਛੱਡ ਦਿੱਤਾ, ਮੈਂ ਕਦੀ ਠੀਕ ਨਹੀਂ ਹੋ ਸਕਦਾ, ਕਦੀ ਮੇਰੇ ਨਾਲ ਚੰਗਾ ਨਹੀਂ ਹੋ ਸਕਦਾ, ਹੁਣ ਤਾਂ ਮੈਂ ਮਰ ਜਾਣਾ ਆ, ਤੇ ਹੁਣ ਮੈਂ ਹੋਰ ਨੌਨਸੈਂਸ ਸ਼ਬਦ ਬੋਲਾਂ, ਉਹ ਸ਼ਬਦ ਜਿਹੜੇ ਮੇਰੀ ਆਸ ਨੂੰ ਖਰਾਬ ਕਰਨ, ਉਹ ਸ਼ਬਦ ਜਿਹੜੇ ਇਨਕਰੇਜਮੈਂਟ ਲਈ ਨਹੀਂ ਪਰ ਮੈਨੂੰ ਡਿਸਕਰੇਜ ਕਰਨ, ਸਗੋਂ ਦੂਜਿਆਂ ਨੂੰ ਡਿਸਕਰੇਜ ਕਰਨ। ਕਦੀ ਵੀ ਤੁਸੀਂ ਕੁਛ ਇੱਦਾਂ ਦਾ ਨਹੀਂ ਕਰ ਸਕਦੇ ਜਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਿਹੜਾ ਤੁਹਾਡੇ ਜੀਵਨ ਵੱਲ ਦੇਖ ਕੇ ਕਿਸੇ ਨੂੰ ਇੱਦਾਂ ਮਹਿਸੂਸ ਹੋਏ ਕਿ ਇੰਨਾ ਪਰਮੇਸ਼ਵਰ ਦੇ ਨੇੜੇ ਹੋਣ ਵਾਲਾ ਬੰਦਾ ਅਗਰ ਇਹ ਇੱਦਾਂ ਬੋਲਦਾ ਆ ਤੇ ਫਿਰ ਸਾਡਾ ਕੀ ਹਾਲ ਹੋਊਗਾ। ਪਰ ਤੁਸੀਂ ਦੂਜਿਆਂ ਦੇ ਲਈ ਇੱਕ ਰੋਲ ਮਾਡਲ ਬਣਨਾ ਆ, ਤੁਸੀਂ ਦੂਜਿਆਂ ਦੇ ਲਈ ਇੱਕ ਚੰਗੀ ਐਗਜ਼ਾਮਪਲ ਸੈੱਟ ਕਰਨੀ ਆ। ਇਸ ਲਈ ਕੋਈ ਵੀ ਪ੍ਰੋਬਲਮ ਆ, ਡੋਂਟ ਵਰੀ, ਪ੍ਰਭੂ ਦੇ ਉੱਤੇ ਆਪਣਾ ਟਰਸਟ ਰੱਖੋ। ਪ੍ਰਭੂ ਮੌਜੂਦ ਹੈ ਔਰ ਸਾਮਰਥੀ ਆ ਤੁਹਾਨੂੰ ਉਸ ਸਮੱਸਿਆ ਚੋਂ ਬਾਹਰ ਕੱਢਣ ਦੇ ਲਈ। ਪ੍ਰਭੂ ਸਾਹਸੀ ਆ ਔਰ ਪ੍ਰਭੂ ਅਵੇਲੇਬਲ ਆ ਤੁਹਾਨੂੰ ਤੁਹਾਡੀਆਂ ਸਿਚੁਏਸ਼ਨਸ ਚੋਂ ਬਾਹਰ ਕੱਢਣ ਦੇ ਲਈ। ਔਰ ਪ੍ਰਭੂ ਦੀ ਇਹ ਇੱਛਾ ਆ ਕਿ ਤੁਸੀਂ ਆਪਣੀ ਆਖਰੀ ਸਾਹ ਤੱਕ ਪ੍ਰਭੂ ਦੇ ਨਾਲ ਫੇਥਫੁਲ ਹੋਵੋ, ਫਰੂਟਫੁਲ ਹੋਵੋ, ਪ੍ਰਭੂ ਦੇ ਵਿੱਚ ਬਣੇ ਰਹੋ। ਸੋ ਅੱਜ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ, ਇੱਕ ਚੰਗੀ ਦੌੜ ਦੌੜੋ
ਨਿਰਾਸ਼ ਨਾ ਹੋਵੋ, ਬਣੇ ਰਹੋ, ਕਿਉਂਕਿ ਅਸੀਂ ਲਾਸਟ ਟਾਈਮਸ ਦੇ ਵਿੱਚ ਚੱਲ ਰਹੇ ਹਾਂ, ਅਸੀਂ ਅੰਤਲੇ ਸਮਿਆਂ ਦੇ ਵਿੱਚ ਚੱਲ ਰਹੇ। ਪਤਾ ਨਹੀਂ ਕਿਹੜੇ ਵੇਲੇ ਅੱਖ ਦੀ ਝਮਕ ਦੇ ਨਾਲ ਇਸ ਸੰਸਾਰ ਤੋਂ ਦੁਲਹਨ ਦਾ ਉਠਾ ਲੈ ਜਾਣਾ ਹੋ ਜਾਣਾ। ਕਿਤੇ ਇਉਂ ਨਾ ਹੋਵੇ ਕਿ ਜਦੋਂ ਉਠਾ ਲੈ ਜਾਣ ਦਾ ਸਮਾਂ ਹੋਵੇ ਤਾਂ ਪਹਿਲਾਂ ਤਾਂ ਤੁਸੀਂ ਸਾਰੀ ਉਮਰ ਚੰਗੇ ਚੰਗੇ ਸ਼ਬਦ ਬੋਲੇ ਹੋਣ ਪ੍ਰਭੂ ਦੇ ਲਈ, ਪਰ ਇੱਕ ਸਮਾਂ ਜਦੋਂ ਤੁਹਾਡੇ ਜਾਣ ਦਾ ਟਾਈਮ ਹੋਵੇ ਤੇ ਉਦੋਂ ਤੁਹਾਡੇ ਮੂੰਹ ਦੇ ਵਿੱਚ ਨਿਰਾਸ਼ਾ ਹੋਏ। ਯਾਦ ਰੱਖੋ, ਜੋ ਤੁਹਾਡੀ ਲਾਸਟ ਮੂਮੈਂਟ ਹੋਊਗੀ ਤੁਸੀਂ ਉਹਦੇ ਅਕੋਰਡਿੰਗਲੀ ਜੱਜਮੈਂਟ ਦੇ ਵਿੱਚ ਪ੍ਰਵੇਸ਼ ਕਰੋਗੇ, ਕਿਉਂਕਿ ਜਦੋਂ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੇ ਬਦਨ ਦੇ ਵਿੱਚ ਲਾਸਟ ਟਾਈਮ ਨੂੰ ਦੇਖਦੇ ਹਾਂ, ਉਹ ਟਾਈਮ ਜਿਹੜਾ ਸਲੀਬ ਦੇ ਉੱਤੇ ਸੀਗਾ, ਉੱਥੇ 2 ਚੋਰ ਡਾਕੂ ਉਹਨਾਂ ਦੇ ਦਾएं ਬਾएं ਟੰਗੇ ਹੋਏ ਸੀ, ਸੱਜੇ ਖੱਬੇ ਟੰਗੇ ਹੋਏ ਸੀ, ਔਰ ਉਹਨਾਂ ਚੋਂ ਇੱਕ ਤਾਂ ਠੱਠੇ ਕਰ ਰਿਹਾ ਸੀ, ਪਰ ਜਿਹੜਾ ਦੂਜਾ ਸੀ ਉਹਨੇ ਉਸ ਵੇਲੇ ਕਨਫੈਸ ਕੀਤਾ, ਉਹਨੇ ਮੰਨਿਆ ਕਿ ਪ੍ਰਭੂ ਯਿਸੂ ਮਸੀਹ ਨੂੰ ਕਿਹਾ, ਹਾਂ ਮੈਂ ਮੰਨਦਾ ਤੂੰ ਪਰਮੇਸ਼ਵਰ ਦਾ ਪੁੱਤਰ ਆ। ਔਰ ਉਹਨੇ ਕਿਹਾ ਕਿ ਮੈਂ ਵੀ ਗੁਨਾਹਾਂ ਤੋਂ ਜਿਹੜੀ ਤੌਬਾ ਕਰਦਾ ਹੈ। ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੂੰ ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਆਊਂਗਾ, ਪਿਤਾ ਦੇ ਸਾਹਮਣੇ ਆਊਂਗਾ, ਤੂੰ ਅੱਜ ਹੀ ਮੇਰੇ ਨਾਲ ਉੱਥੇ ਆਊਂਗਾ ਜਿੱਥੇ ਮੈਂ ਜਾਂਦਾ ਹਾਂ। ਤਾਂ ਉਹਦੀ ਲਾਸਟ ਉਹਨੇ ਆਪਣੇ ਪਾਸਟ ਟਾਈਮ ਦੇ ਵਿੱਚ ਉਹਨੇ ਕੀ ਕੀਤਾ, ਉਹਨੇ ਆਪਣੇ ਬੀਤ ਚੁੱਕੇ ਸਮੇਂ ਦੇ ਵਿੱਚ ਕੀ ਕੀਤਾ, ਉਹ ਕਾਊਂਟ ਨਹੀਂ ਹੋਇਆ, ਪਰ ਉਹਨੇ ਲਾਸਟ ਦੇ ਵਿੱਚ ਮੰਨਿਆ ਕਿ ਮੈਂ ਮੰਨਦਾ ਹਾਂ ਤੂੰ ਪਰਮੇਸ਼ਵਰ ਦਾ ਪੁੱਤਰ ਆ, ਮੈਂ ਮੰਨਦਾ ਹਾਂ ਤੂੰ ਸਹੀ ਆ, ਮੈਂ ਮੰਨਦਾ ਹਾਂ ਤੂੰ ਮੁਕਤੀਦਾਤਾ ਹੈ, ਔਰ ਮੈਂ ਆਪਣੇ ਗੁਨਾਹਾਂ ਦਾ ਇਕਰਾਰ ਕਰਦਾ। ਉਹਨੇ ਮਹਿਮਾ ਦਿੱਤੀ ਪਰਮੇਸ਼ਵਰ ਦੇ ਪੁੱਤਰ ਨੂੰ, ਸਾਡੇ ਮੁਕਤੀਦਾਤੇ ਨੂੰ ਆਪਣੇ ਅਖੀਰਲੀ ਸਮੇਂ ਦੇ ਵਿੱਚ, ਔਰ ਉਹ ਆਪਣੇ ਆਖਰੀ ਸ਼ਬਦਾਂ ਦਾ ਕਰਕੇ ਬਚਾਇਆ ਗਿਆ। ਸੋ ਅੱਜ ਮੈਂ ਤੁਹਾਨੂੰ ਕਹਿੰਦੀ, ਅਗਰ ਤੁਹਾਨੂੰ ਲੱਗਦਾ ਆ ਕਿ ਤੁਸੀਂ ਲਾਸਟ ਟਾਈਮ ਦੇ ਵਿੱਚ, ਜਾਂ ਅਗਰ ਤੁਹਾਨੂੰ ਲੱਗਦਾ ਕਿ ਹਾਲੇ ਤੁਹਾਡੇ ਕੋਲ ਬਹੁਤ ਟਾਈਮ ਆ, ਤੁਹਾਨੂੰ ਬਹੁਤ ਚੌਕਸ ਰਹਿਣ ਦੀ ਜ਼ਰੂਰਤ ਆ, ਤੁਹਾਨੂੰ ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਆ। ਇਹ ਨਾ ਹੋਏ ਕਿ ਸਾਡੇ ਆਖਰੀ ਸ਼ਬਦ ਜਿਹੜੇ ਆ ਉਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਨਾ ਹੋ ਕੇ ਪਰਮੇਸ਼ਵਰ ਦੇ ਵਿਰੋਧ ਵਿੱਚ ਹੋਣ, ਕਿਸੇ ਨੂੰ ਨਿਰਾਸ਼ ਕਰਨ ਵਾਲੇ ਹੋਣ, ਕਿਸੇ ਨੂੰ ਠੋਕਰ ਲਗਾਉਣ ਵਾਲੇ ਹੋਣ, ਤਾਂ ਸਾਡੀ ਪਿਛਲੀ ਕਮਾਈ ਜਿਹੜੀ ਉਹ ਖੂਹ ਦੇ ਵਿੱਚ ਪੈ ਜਾਵੇ। ਪਰ ਸਾਨੂੰ ਚਾਹੀਦਾ ਅਸੀਂ ਆਲ ਦਾ ਟਾਈਮ ਆਪਣੀ ਮਸ਼ਾਲ ਨੂੰ ਜਗਦੇ ਰੱਖੀਏ, ਪਰਮੇਸ਼ਵਰ ਨੂੰ ਕਹੀਏ, ਪ੍ਰਭੂ ਸਾਡੀ ਇਸ ਜਗਦੀ ਹੋਈ ਮਸ਼ਾਲ ਦੇ ਵਿੱਚ ਆਪਣੇ ਮਸਾਂ ਦਾ ਤੇਲ ਭਰ ਦਿਓ, ਤਾਂ ਜੋ ਇਹ ਮਸ਼ਾਲ ਕਦੀ ਵੀ ਨਾ ਬੁੱਝੇ, ਪਰ ਆਲਵੇਜ਼ ਲਾਈਟ ਕਰਦੀ ਰਹੇ। ਸੋ ਪ੍ਰਭੂ ਤੁਹਾਨੂੰ ਬਹੁਤ 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 ਬਲੈਸ ਕਰਨ। ਮੈਂ ਯਕੀਨ ਕਰਦੀ ਹਾਂ ਅੱਜ ਉਹ ਮਸ਼ਾਲਾਂ ਜਿਹੜੀਆਂ ਹਵਾ ਦੇ ਵਿੱਚ ਸੀਗੀਆਂ, ਜਿਹੜੀਆਂ ਜਗਣ ਬੁਝਣ ਕਰਦੀਆਂ ਸੀ, ਜਿਨ੍ਹਾਂ ਦੀ ਲੋ ਇੱਧਰ ਉੱਧਰ ਨੂੰ ਜਿਹੜੀ ਸੀ ਉਹ ਖਰਾਬ ਹੋ ਰਹੀ ਸੀ, ਬੁਝਣ ਵਾਲੀ ਸੀ, ਮੈਨੂੰ ਪੂਰਾ ਯਕੀਨ ਆ ਕਿ ਅੱਜ ਦੇ ਇਸ ਵਚਨ ਦੇ ਰਾਹੀਂ ਪਰਮੇਸ਼ਵਰ ਦੀ ਅਨੋਇੰਟਿੰਗ ਦਾ ਆਇਲ ਤੁਹਾਡੀਆਂ ਮਿਸਾਲਾਂ ਦੇ ਵਿੱਚ ਆ ਰਿਹਾ ਆ, ਤੁਹਾਡੀਆਂ ਲੈਂਪਸ ਦੇ ਵਿੱਚ ਆ ਰਿਹਾ ਆ, ਔਰ ਉਹ ਇੱਕ ਚੰਗੇ ਤਰੀਕੇ ਦੇ ਨਾਲ ਬਲਣੀਆਂ ਸ਼ੁਰੂ ਹੋ ਗਈਆਂ। ਹੁਣ ਤੁਸੀਂ ਡੋਲੋਗੇ ਨਹੀਂ, ਹੁਣ ਤੁਸੀਂ ਡਗਮਗਾਓਗੇ ਨਹੀਂ, ਪਰ ਤੁਸੀਂ ਪਰਮੇਸ਼ਵਰ ਵਿੱਚ ਬਣੇ ਰਹੋਗੇ ਔਰ ਆਪਣੀ ਮਸ਼ਾਲ ਦਾ ਧਿਆਨ ਰੱਖੋਗੇ ਕਿ ਉਹ ਬੁਝ ਨਾ ਜਾਏ, ਸਗੋਂ ਤੁਸੀਂ ਦੂਜਿਆਂ ਨੂੰ ਵੀ ਪਰਮੇਸ਼ਵਰ ਦੇ ਲਈ ਇਨਕਰੇਜ ਕਰੋਗੇ, ਪ੍ਰਭੂ ਦੀ ਬਾਦਸ਼ਾਹਤ ਦੇ ਵਿੱਚ ਲੈ ਕੇ ਆਓਗੇ। ਸੋ ਬਣੇ ਰਹੋ, ਖੜੇ ਰਹੋ, ਅੜੇ ਰਹੋ ਔਰ ਸਵਰਗ ਦੇ ਵਾਰਿਸ ਹੋਵੋ। ਸੋ ਮੈਂ ਤੁਹਾਡੇ ਲਈ ਬਹੁਤ ਗੁੱਡ ਨਿਊਜ਼ ਤੁਹਾਨੂੰ ਦੇ ਰਹੀ ਹਾਂ ਕਿ ਤੁਸੀਂ ਅਪਕਮਿੰਗ ਡੇਜ਼ ਦੇ ਵਿੱਚ, ਆਉਣ ਵਾਲੇ ਸਮਿਆਂ ਦੇ ਵਿੱਚ ਦ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਨੂੰ ਤੁਸੀਂ ਸੇਮ ਨਹੀਂ ਦੇਖੋਗੇ ਜਿੱਦਾਂ ਦੀ ਤੁਸੀਂ ਪਹਿਲਾਂ ਦੇਖਦੇ ਸੀ। ਤੁਸੀਂ ਇਹਨੂੰ ਫਾਇਰ ਦੇ ਵਿੱਚ ਦੇਖੋਗੇ, ਤੁਸੀਂ ਖੁਦ ਦੇਖੋਗੇ ਇੱਥੇ ਸਵਰਗਦੂਤਾਂ ਨੂੰ ਚੱਲਦਿਆਂ ਹੋਇਆਂ, ਤੁਸੀਂ ਇੱਥੇ ਪਰਮੇਸ਼ਵਰ ਦੇ ਆਤਮਾ ਨੂੰ ਕੰਮ ਕਰਦਿਆਂ ਹੋਇਆਂ ਦੇਖੋਗੇ, ਕੁਝ ਅਦਭੁਤ ਹੁੰਦਾ ਤੁਸੀਂ ਦੇਖੋਗੇ, ਔਰ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਇਸ ਮਿਨਿਸਟਰੀ ਨੂੰ ਗਰੋਥ ਕਰਦਿਆਂ ਦੇਖੋਗੇ। ਐਂਡ ਸੂਨ ਦ ਓਪਨ ਡੋਰ ਚਰਚ ਜੀਸਸ ਹੀਲਿੰਗ ਮਿਨਿਸਟਰੀ ਕੈਨੇਡਾ ਓਨਟਾਰੀਓ ਦੇ ਵਿੱਚ ਇੱਕ ਵੱਡੀ ਬ੍ਰਾਂਚ ਲਾਂਚ ਕਰਨ ਜਾ ਰਹੀ ਆ। ਕੀਪ ਇਟ ਇਨ ਯੋਰ ਪ੍ਰੀਸ਼ੀਅਸ ਪ੍ਰੇਅਰਸ, ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਇਸ ਵਿਸ਼ੇ ਨੂੰ ਰੱਖੋ, ਔਰ ਬਹੁਤ ਜਲਦ ਇਹ ਵਿਸ਼ਾ ਪੂਰਾ ਹੋਏਗਾ। ਵੋਲੰਟੀਅਰਸ ਉੱਥੇ ਪਹੁੰਚ ਚੁੱਕੇ ਆ, ਔਰ ਉਹ ਉੱਥੇ ਕੋਇਰ ਪਹੁੰਚ ਚੁੱਕੀ, ਆਲਰੇਡੀ ਕੋਇਰ ਰੈਡੀ ਹੋ ਚੁੱਕੀ ਆ, ਔਰ ਓਪਨ ਡੋਰ ਚਰਚ ਚੋਂ ਨਿਕਲੀ ਹੋਈ ਕੋਇਰ ਉੱਥੇ ਪਹੁੰਚੀ ਆ। ਓਪਨ ਡੋਰ ਚਰਚ ਦੇ ਵਿੱਚੋਂ ਜਿਹੜੇ ਸਰਵ ਕਰਦੇ ਹੋਏ ਵੋਲੰਟੀਅਰਸ ਉੱਥੇ ਪ੍ਰਭੂ ਨੇ ਖੜੇ ਕਰ ਦਿੱਤੇ। ਪਹਿਲਾਂ ਹੀ ਪ੍ਰਭੂ ਨੇ ਉਹਨਾਂ ਲਈ ਇੰਤਜ਼ਾਮ ਕੀਤਾ, ਕਿਉਂਕਿ ਕਦੀ ਵੀ ਪਰਮੇਸ਼ਵਰ ਦਾ ਕੰਮ ਜਿਹੜਾ ਹੈ ਉਹ ਡਿਲੇ ਨਹੀਂ ਹੁੰਦਾ, ਪਰ ਸਟੈਪ ਬਾਏ ਸਟੈਪ ਪ੍ਰਭੂ ਉਹਨਾਂ ਸਾਰੇ ਕੰਮਾਂ ਨੂੰ ਪੂਰਾ ਕਰਦੇ ਆ। ਤਾਂ ਪ੍ਰਭੂ ਨੇ ਉਹਨਾਂ ਸਾਰੇ ਕੰਮਾਂ ਨੂੰ ਵੰਡਰਫੁਲ ਤਰੀਕੇ ਦੇ ਨਾਲ, ਵੰਡਰਫੁਲ ਪਲੈਨਿੰਗ ਦੇ ਨਾਲ, ਔਰ ਵੰਡਰਫੁਲ ਮੈਨੇਜ ਕਰਕੇ ਪ੍ਰਭੂ ਜੀ ਪੂਰਾ ਕਰ ਰਹੇ ਆ। ਔਰ ਆਈ ਐਮ ਰੀਅਲੀ ਹੈਪੀ ਐਂਡ ਮੈਂ ਬਹੁਤ ਖੁਸ਼ ਹਾਂ ਇਹ ਅਨਾਊਂਸ ਕਰਨ ਦੇ ਲਈ ਕਿ ਬਹੁਤ ਜਲਦੀ ਇਹ ਪੂਰਾ ਹੋਣ ਜਾ ਰਿਹਾ।
ਬਹੁਤ ਜਲਦ ਹੋ ਰਿਹਾ। ਸੋ ਤੁਸੀਂ ਇਹਨਾਂ ਨੂੰ ਇਸ ਚੀਜ਼ ਨੂੰ ਪ੍ਰਾਰਥਨਾਵਾਂ ਦੇ ਵਿੱਚ ਰੱਖਣਾ ਆ। ਜਿੰਨਾ ਤੁਸੀਂ ਪ੍ਰਾਰਥਨਾਵਾਂ ਕਰੋਗੇ ਉਨੀ ਜਲਦੀ ਇਸ ਚੀਜ਼ ਨੂੰ ਆਪਾਂ ਪੂਰੇ ਹੁੰਦੇ ਦੇਖਾਂਗੇ। ਔਰ ਮੈਂ ਸਾਰੇ ਜਿਹੜੇ ਕੈਨੇਡੀਅਨਸ ਆ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਵੀ ਇਸ ਚੀਜ਼ ਨੂੰ ਪ੍ਰਾਰਥਨਾ ਵਿੱਚ ਰੱਖੋ, ਆਪਣੇ ਆਪ ਨੂੰ ਰੈਡੀ ਕਰੋ ਕਿ ਪ੍ਰਭੂ ਇੱਕ ਅੱਛੀ ਪਲੇਸ ਉਸ ਚਰਚ ਦੇ ਲਈ ਜਿਹੜੀ ਠਹਿਰਾਈ ਆ ਪ੍ਰਭੂ ਆਪਣੇ ਲੋਕਾਂ ਨੂੰ ਉਹ ਮੁਹੱਈਆ ਕਰਵਾਉਣ, ਔਰ ਉਸ ਜਗ੍ਹਾ 'ਤੇ ਜਾ ਕੇ ਹੋਲੀ ਸਪਿਰਿਟ ਦੀ ਫਾਇਰ ਜਿਹੜੀ ਆ ਉਹਨੂੰ ਬਰਨ ਕੀਤਾ ਜਾਏ। ਹਾਲੇਲੂਇਆ, ਪ੍ਰਭੂ ਦੀ ਵਡਿਆਈ ਹੋਏ। ਸੋ ਆਓ ਪ੍ਰਾਰਥਨਾ ਕਰਾਂਗੇ ਤਾਂ ਜੋ ਅੱਜ ਦਾ ਦਿਨ ਮੁਬਾਰਕ ਹੋਏ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਸਰਵ ਸ਼ਕਤੀਮਾਨ ਪ੍ਰਭੂ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ ਪ੍ਰਭੂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸਮੇਂ ਦੇ ਲਈ ਜਿਹੜਾ ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਮੇਰੇ ਪ੍ਰਭੂ। ਅੱਜ ਦਾ ਦਿਨ ਮੁਬਾਰਕ ਹੈ ਸਾਡੇ ਜੀਵਨ ਦੇ ਵਿੱਚ, ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਆ ਮੇਰੇ ਪ੍ਰਭੂ। ਤੁਸੀਂ ਅਨੁਗ੍ਰਹਿ ਕਾਰਿਆ ਕਰਨ ਵਾਲੇ ਪਰਮੇਸ਼ਵਰ ਆ ਮੇਰੇ ਖੁਦਾਵੰਦ ਖੁਦਾ। ਅਸੀਂ ਤੁਹਾਡਾ ਸਵਾਗਤ ਕਰਦੇ ਸਾਡੇ ਹਿਰਦੇ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ। ਅਸੀਂ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਅੱਜ ਰੂਹ ਦੀ ਅੱਗ ਸਾਡੇ ਮਨਾਂ ਦੇ ਅੰਦਰ ਬਲ ਜਾਏ ਔਰ ਸਾਡੀਆਂ ਮਿਸਾਲਾਂ ਬਲ ਉੱਠਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ, ਔਰ ਬਲਦੀਆਂ ਰਹਿਣ ਸਾਡੇ ਆਖਰੀ ਸਾਹਾਂ ਤੀਕਰ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਉਹ ਮਿਸਾਲਾਂ ਜਿਹੜੀਆਂ ਬੁਝ ਗਈਆਂ ਆ, ਪਰ ਮੇਰੇ ਪਿਤਾ ਪਰਮੇਸ਼ਵਰ ਅੱਜ ਮੈਂ ਮੰਗਦੀ ਰੂਹ ਦੀ ਅੱਗ ਉਹਨਾਂ ਮਿਸਾਲਾਂ ਦੇ ਉੱਤੇ ਆਏ ਔਰ ਵਾਪਸ ਉਹ ਜਲ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪ੍ਰਭੂ ਅੱਜ ਇਹ ਲੋਕ ਜਿਹੜੇ ਪ੍ਰਾਰਥਨਾ ਨੂੰ ਸੁਣ ਰਹੇ ਆ ਮੇਰੇ ਪ੍ਰਭੂ, ਇਹ ਬਹੁਤਿਆਂ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਬਰਕਤ ਦਾ ਵਸੀਲਾ ਬਣਨ ਪ੍ਰਭੂ, ਬਚਾਏ ਜਾਣ ਦਾ ਵਸੀਲਾ ਬਣਨ ਮੇਰੇ ਪਿਤਾ ਪਰਮੇਸ਼ਵਰ। ਮੈਂ ਪ੍ਰਾਰਥਨਾ ਕਰਦੀ ਅਗਰ ਕੋਈ ਰੋਗੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚੋਂ ਸ਼ਿਫਾ ਪਾਏ। ਅਗਰ ਕੋਈ ਗਰੀਬੀ ਦੇ ਬੰਧਨਾਂ ਦੇ ਵਿੱਚ ਜਕੜਿਆ ਇਸ ਪ੍ਰਾਰਥਨਾ ਨੂੰ ਸੁਣ ਰਿਹਾ, ਮੈਂ ਡਿਕਲੇਅਰ ਕਰਦੀ ਹਾਂ ਕਿ ਗਰੀਬੀ ਉਹਦੇ ਘਰ 'ਚੋਂ ਜਾ ਰਹੀ ਹੈ ਔਰ ਪ੍ਰਭੂ ਦੀ ਆਸ਼ੀਸ਼, ਪ੍ਰਭੂ ਦੀ ਬਰਕਤ ਉਹਦੇ ਘਰ ਦੇ ਵਿੱਚ ਆ ਰਹੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਰ ਦੁਸ਼ਟ ਆਤਮਾ ਦਾ ਜਕੜਿਆ ਆਜ਼ਾਦ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਮੈਂ ਦੁਸ਼ਟ ਦੀਆਂ ਸ਼ਕਤੀਆਂ ਨੂੰ ਹੁਕਮ ਕਰਦੀ ਹਾਂ ਇਹਨਾਂ ਨੂੰ ਛੱਡਣ ਤੇ ਚਲੀਆਂ ਜਾਣ, ਇਹਨਾਂ ਦੇ ਜੀਵਨ 'ਚੋਂ ਨਿਕਲਣ, ਇਹਨਾਂ ਦੇ ਕਾਰੋਬਾਰ 'ਚੋਂ ਨਿਕਲਣ, ਇਹਨਾਂ ਦੇ ਘਰਾਂ 'ਚੋਂ ਨਿਕਲਣ, ਇਹਨਾਂ ਦੀ ਪ੍ਰੇਅਰਫੁਲ ਲਾਈਫ ਦੇ ਵਿੱਚੋਂ ਨਿਕਲ ਜਾਣ। ਹਰ ਉਹ ਵੈਰੀ ਦੀ ਸ਼ਕਤੀ ਜਿਹੜੀ ਇਹਨਾਂ ਦੀ ਪ੍ਰਾਰਥਨਾ ਦੀ ਚੋਰੀ ਕਰਦੀ ਇਹਨਾਂ ਦੇ ਜੀਵਨ 'ਚੋਂ ਨਿਕਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਇਹ ਬਲੈਸ ਹੋਣ ਪ੍ਰਭੂ। ਮੈਂ ਮੰਗਦੀ ਹਾਂ ਅੱਜ ਪਾਕ ਰੂਹ ਦੀ ਅੱਗ ਸਾਡੇ ਜੀਵਨ ਦੇ ਦੁਆਲੇ ਲੱਗੇ, ਸਾਡੇ ਧੀਆਂ ਪੁੱਤਰਾਂ ਦੇ ਜੀਵਨ ਦੇ ਦੁਆਲੇ ਲੱਗੇ ਮੇਰੇ ਪ੍ਰਭੂ, ਸਾਡੇ ਘਰਾਂ ਦੇ ਦੁਆਲੇ ਲੱਗੇ, ਸਾਡੇ ਕਾਰੋਬਾਰਾਂ ਦੇ ਦੁਆਲੇ ਲੱਗ ਜਾਏ ਔਰ ਕੋਈ ਦੁਸ਼ਟ ਦੀ ਸ਼ਕਤੀ ਉਸ ਅੱਗ ਨੂੰ ਕ੍ਰਾਸ ਨਾ ਕਰ ਸਕੇ ਪ੍ਰਭੂ। ਤੁਹਾਡੇ ਸਵਰਗੀ ਦੂਤ ਸਾਡੀ ਹਿਫਾਜ਼ਤ ਕਰਨ, ਸਾਡੇ ਦੁਆਲੇ ਡੇਰਾ ਲਾਉਣ, ਹਰ ਬੁਰੀ ਬਲਾ ਤੋਂ ਬਚਾ ਕੇ ਰੱਖਣ, ਸਾਡੇ ਰਾਹਾਂ ਦੇ ਵਿੱਚ ਨਿਗਹਿਬਾਨ ਹੋਣ, ਸਾਡੇ ਧੀਆਂ ਪੁੱਤਰਾਂ ਦੇ, ਸਾਡੇ ਹਸਬੈਂਡ ਵਾਈਫ ਦੇ, ਸਾਡੀ ਪੂਰੀ ਫੈਮਿਲੀ ਦੇ, ਸਾਡੇ ਘਰ ਦੇ, ਕਾਰੋਬਾਰ ਦੇ, ਮਾਲ ਡੰਗਰ ਦੇ ਦੁਆਲੇ ਡੇਰਾ ਲੱਗਣ ਔਰ ਕੋਈ ਵੀ ਦੁਸ਼ਟ ਦੀ ਸ਼ਕਤੀ ਸਾਡੇ ਉੱਤੇ ਫਤਿਹਮੰਦ ਨਾ ਹੋਏ ਪਰ ਹਾਰੇ ਤੇ ਸ਼ਰਮਿੰਦੀ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਪ੍ਰਭੂ ਸਭਨਾਂ ਗੱਲਾਂ ਦੇ ਵਿਖੇ ਸਾਡੀ ਅਗਵਾਈ ਕਰੋ, ਸਾਨੂੰ ਆਪਣੇ ਬਲ ਜ਼ੋਰ ਤੇ ਸਾਮਰਥ ਦੇ ਨਾਲ ਭਰੋ। ਤੁਹਾਡਾ ਪਾਕ ਰੂਹ ਮੇਰੇ ਪਿਤਾ ਪਰਮੇਸ਼ਵਰ ਸਾਨੂੰ ਲੀਡ ਕਰੇ ਮੇਰੇ ਪਿਤਾ ਪਰਮੇਸ਼ਵਰ, ਸਾਨੂੰ ਕਾਉਂਸਲ ਕਰੇ ਮੇਰੇ ਪਿਆਰੇ ਪ੍ਰਭੂ ਔਰ ਸਾਡੇ ਲਈ ਤੁਹਾਡੇ ਅੱਗੇ ਸਿਫਾਰਿਸ਼ ਕਰੇ ਮੇਰੇ ਪਿਤਾ ਪਰਮੇਸ਼ਵਰ। ਸਾਡੀ ਇਹ ਪ੍ਰਾਰਥਨਾ ਪ੍ਰਭੂ ਤੁਹਾਡੀ ਹਜ਼ੂਰੀ ਦੀ ਜਗਵੇਦੀ ਦੇ ਉੱਤੇ ਬਲਣ ਵਾਲੇ ਮੇਰੇ ਪ੍ਰਭੂ ਚੰਗੀ ਖੁਸ਼ਬੂ ਦੀ ਨਿਆਈ ਤੁਹਾਨੂੰ ਪਸੰਦ ਆਏ ਮੇਰੇ ਪਿਤਾ ਪਰਮੇਸ਼ਵਰ। ਬਲੈਸ ਕਰੋ ਇਸ ਪ੍ਰਾਰਥਨਾ ਨੂੰ, ਸਵੀਕਾਰ ਕਰੋ। ਇਹ ਸਾਰੀ ਬੇਨਤੀ ਪ੍ਰਭੂ ਯਿਸੂ ਜੀ ਦੇ ਨਾਮ 'ਚ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਗॉड ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇਣ। ਤੁਹਾਡਾ ਅੱਜ ਦਾ ਦਿਨ ਮੁਬਾਰਕ ਹੋਏ। ਜੈ ਮਸੀਹ ਦੀ।